ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ 12ਵੀਂ ਕਲਾਸ ਅਸੀਂ ਪਹਿਲੇ 2 ਚੈਪਟਰ ਜਿਹੜੇ ਨੇ ਉਹ ਪੜ੍ਹ ਚੁੱਕੇ ਹਾਂ। ਅੱਜ ਅਸੀਂ ਤੀਜਾ ਪਾਠ ਜਿਹੜਾ ਆ ਪ੍ਰੋਫੈਸਰ ਮੋਹਨ ਸਿੰਘ ਉਹ ਕਰਨ ਜਾ ਰਹੇ ਹਾਂ ਔਰ ਇਸ ਪਾਠ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਾਜ ਮਹਿਲ ਤੁਹਾਨੂੰ ਜਿਹੜੀ ਉਹ ਲੱਗੀ ਹੋਈ ਹੈ ਸਿਲੇਬਸ ਦੇ ਵਿੱਚ। ਉਸ ਨੂੰ ਪੜ੍ਹਨ ਤੋਂ ਪਹਿਲਾਂ ਥੋੜ੍ਹਾ ਜਿਹਾ ਅਸੀਂ ਪ੍ਰੋਫੈਸਰ ਮੋਹਨ ਸਿੰਘ ਬਾਰੇ ਜਾਣਦੇ ਹਾਂ ਕਿ ਉਹ ਕਿਵੇਂ ਦੇ ਕਵੀ ਨੇ ਔਰ ਉਹਨਾਂ ਦੀ ਜਿਹੜੀ ਲਿਖਤ ਹੈ ਉਹ ਕਿਸ ਜਿਹੜੇ ਆ ਉਹ ਦਾਇਰਿਆਂ ਦੇ ਵਿੱਚ ਰਹਿ ਕੇ ਜਿਹੜੀ ਉਹ ਲਿਖਦੇ ਨੇ ਔਰ ਕੀ ਵਿਚਾਰ ਪੇਸ਼ ਕਰਦੇ ਨੇ। ਕਹਿੰਦੇ ਪ੍ਰੋਫੈਸਰ ਮੋਹਨ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਰੋਮਾਂਸਵਾਦੀ ਤੇ ਪ੍ਰਗਤੀਵਾਦੀ ਧਾਰਾ ਦਾ ਪ੍ਰਵਰਤਕ ਹੈ। ਭਾਵ ਰੋਮਾਂਸਵਾਦੀ ਤੇ ਪ੍ਰਗਤੀਵਾਦੀ ਧਾਰਾ ਉੱਪਰ ਇਹਨਾਂ ਨੇ ਜ਼ਿਆਦਾ ਕੰਮ ਕੀਤਾ ਔਰ ਇਹਨੂੰ ਹੀ ਜਿਹੜਾ ਆ ਉਹ ਇਹਦੇ ਨਾਲ ਸੰਬੰਧਿਤ ਸਾਰੀਆਂ ਕਵਿਤਾਵਾਂ ਲਿਖੀਆਂ ਨੇ। ਹੁਣ ਇਹਨਾਂ ਦਾ ਮੀਨਿੰਗ ਕੀ ਹੈ? ਰੋਮਾਂਸਵਾਦ ਤੇ ਪ੍ਰਗਤੀਵਾਦ ਤੋਂ ਭਾਵ ਕੀ ਹੈ? ਰੋਮਾਂਸਵਾਦ ਕਵਿਤਾਵਾਂ ਔਰ ਉਹ ਕਵਿਤਾਵਾਂ ਹੁੰਦੀਆਂ ਨੇ ਕਿ ਸਾਹਿਤ ਦੇ ਵਿੱਚ ਰੋਮਾਂਸ ਦੇ ਅਰਥ ਅਲੱਗ ਨੇ। ਠੀਕ ਹੈ, ਸਾਹਿਤ ਵਿੱਚ ਰੋਮਾਂਸ ਤੋਂ ਕੀ ਭਾਵ ਹੈ? ਜਿੱਥੇ ਵਿੱਚ ਅਦਭੁਤ ਪਲੱਸ ਕਲਪਨਾ। ਠੀਕ ਹੈ, ਅਦਭੁਤ ਤੇ ਕਲਪਨਾ ਦਾ ਸੁੰਦਰ ਸੁਮੇਲ ਹੋਇਆ ਹੋਵੇ ਉਹਨੂੰ ਕੀ ਕਿਹਾ ਜਾਂਦਾ ਹੈ? ਰੋਮਾਂਟਿਕ ਕਵਿਤਾ। ਠੀਕ ਹੈ, ਭਾਵ ਕਵੀ ਜਿਹੜਾ ਹੈ ਉਹ ਆਪਣੀ ਕਲਪਨਾ ਦੇ ਰਾਹੀਂ ਕੁਝ ਇਸ ਤਰ੍ਹਾਂ ਦਾ ਸਿਰਜ ਦਿੰਦਾ ਹੈ ਜਿੱਥੋਂ ਹੈਰਾਨੀ, ਅਦਭੁਤਤਾ ਤੇ ਅਸਚਰਜਤਾ ਦੇ ਭਾਵ ਜਿਹੜੇ ਨੇ ਉਹ ਪੈਦਾ ਹੋ ਜਾਂਦੇ ਨੇ। ਉਹਨੂੰ ਕੀ ਕਹਿੰਦੇ ਨੇ? ਰੋਮਾਂਸਵਾਦ। ਉਸ ਤੋਂ ਬਾਅਦ ਪ੍ਰਗਤੀਵਾਦ। ਪ੍ਰਗਤੀਵਾਦ ਜਿਹੜਾ ਆ ਉਹ ਸਾਹਿਤ ਦੇ ਵਿੱਚ ਕਿੱਥੋਂ ਆਇਆ? ਮਾਰਕਸਿਸਟ ਤੋਂ ਆਇਆ ਹੈ, ਮਾਰਕਸਵਾਦ ਤੋਂ ਆਇਆ ਹੈ ਔਰ ਇਹਦੇ ਵਿੱਚ ਜਿਹੜਾ ਆ ਪ੍ਰਗਤੀਵਾਦ ਦਾ ਸੰਬੰਧ ਮਜ਼ਦੂਰਾਂ ਦੇ ਸ਼ੋਸ਼ਣ ਨਾਲ ਹੈ। ਠੀਕ ਹੈ, ਜਿੱਥੇ ਵਿੱਚ ਜਿਹੜਾ ਹੈ ਮਜ਼ਦੂਰਾਂ ਦਾ ਸ਼ੋਸ਼ਣ ਦੱਸਿਆ ਗਿਆ ਹੋਵੇ, ਮਜ਼ਦੂਰਾਂ ਦਾ ਸ਼ੋਸ਼ਣ ਦੇ ਬਾਰੇ ਜਿਹੜੇ ਵਿਚਾਰ ਪੇਸ਼ ਕੀਤੇ ਗਏ ਹੋਣ ਉਹ ਜਿਹੜੀ ਕਵਿਤਾ ਹੁੰਦੀ ਹੈ ਪ੍ਰਗਤੀਵਾਦੀ ਕਵਿਤਾ। ਸੋ ਜਿਹੜਾ ਪ੍ਰੋਫੈਸਰ ਮੋਹਨ ਸਿੰਘ ਨੇ ਜਿੱਥੇ ਰੋਮਾਂਟਿਕ ਕਵਿਤਾਵਾਂ ਰਚੀਆਂ ਨੇ ਉੱਥੇ ਪ੍ਰਗਤੀਵਾਦੀ ਕਵਿਤਾਵਾਂ ਦਾ ਵੀ ਜਿਹੜਾ ਉਹ ਪ੍ਰਵਰਤਕ ਰਿਹਾ ਹੈ। ਭਾਵ ਦੋਨਾਂ ਨੂੰ ਨਾਲ ਲੈ ਕੇ ਵੀ ਉਹਦੀਆਂ ਕਾਫੀ ਕਵਿਤਾਵਾਂ ਨੇ। ਔਰ ਜਿਹੜੀ ਤਾਜ ਮਹਿਲ ਕਵਿਤਾ ਹੈ ਉਹ ਰੋਮਾਂਟਿਕ ਤੇ ਪ੍ਰਗਤੀਵਾਦੀ ਜਿਹੜੀ ਹੈ ਉਹ ਕਵਿਤਾ ਹੈ ਔਰ ਉਹਨੂੰ ਇੱਕ ਯੁੱਗ ਪੁਰਸ਼ ਕਹਿ ਲੈਣਾ ਕੋਈ ਅਤਕਥਨੀ ਨਹੀਂ ਹੋਏਗੀ ਕਿਉਂਕਿ ਅੰਮ੍ਰਿਤਾ ਪ੍ਰੀਤਮ ਦੀ ਸਮਕਾਲੀ ਇਹ ਕਵੀ ਨੇ ਔਰ ਇਹਨਾਂ ਨੇ ਜਿਹੜਾ ਆ ਇੰਨੀਆਂ ਕੁ ਜ਼ਿਆਦੀਆਂ ਕਵਿਤਾਵਾਂ ਰਚੀਆਂ ਔਰ ਇੰਨੇ ਜ਼ਿਆਦਾ ਫੇਮਸ ਰਾਈਟਰ ਹੋਏ ਕਿ ਇਹਨਾਂ ਨੂੰ ਅੰਮ੍ਰਿਤਾ ਪ੍ਰੀਤਮ ਯੁੱਗ ਦੇ ਨਾਂ ਨਾਲ ਜਿਹੜਾ ਆ ਉਹ ਕਹਿਣਾ ਪਿਆ ਕਿਉਂਕਿ ਇਹਨਾਂ ਨੇ ਆਧੁਨਿਕ ਦੌਰ ਦੇ ਵਿੱਚ ਪੰਜਾਬੀ ਕਵਿਤਾ ਦਾ ਮਿਆਰ ਬਹੁਤ ਉੱਚਾ ਕਰ ਦਿੱਤਾ ਸੀ। ਸੋ ਉਹਨਾਂ ਦਾ ਜਨਮ ਜਿਹੜਾ ਹੈ ਉਹ 20 ਅਕਤੂਬਰ 1905 ਨੂੰ ਜੋਤ ਸਿੰਘ ਦੇ ਘਰ ਜਿਹੜਾ ਆ ਸ੍ਰੀਮਤੀ ਭਾਗਵੰਤੀ ਦੀ ਕੁੱਖੋਂ ਸਰਹੱਦ ਪਾਕਿਸਤਾਨ ਵਿਖੇ ਹੋਇਆ। ਜੱਦੀ ਪਿੰਡ ਧਮਿਆਲ ਨੇ MA ਫਾਰਸੀ ਤੱਕ ਜਿਹੜੀ ਉਸ ਤੋਂ ਬਾਅਦ ਉਹਨੇ MOL ਤੱਕ ਦੀ ਵਿੱਦਿਆ ਜਿਹੜੀ ਉਹ ਪ੍ਰਾਪਤ ਕੀਤੀ ਹੈ ਔਰ ਬਹੁਤ ਸਮਾਂ ਜਿਹੜਾ ਹੈ ਉਹ ਖਾਲਸਾ ਕਾਲਜ ਪਟਿਆਲਾ ਵਿਖੇ ਵਿਦਿਆਪਨ ਦਾ ਕੰਮ ਕੀਤਾ ਹੈ। ਹਿੰਦੀ ਨਾਂ ਤੇ ਪ੍ਰਕਾਸ਼ਨ ਸੰਸਥਾ ਚਲਾਈ ਹੈ ਔਰ ਸੋ ਇਸ ਪ੍ਰਕਾਰ ਦੇ ਨਾਲ ਕਾਫੀ ਕੁਝ ਕੀਤਾ ਹੈ। ਔਰ ਰਚਨਾਵਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਵੇਂ ਪੱਤਰ, ਕੁਸੰਬੜਾ, ਅਧਵਾਟੇ, ਕੱਚ ਸੱਚ, ਆਵਾਜ਼ਾਂ, ਵੱਡਾ ਵੇਲਾ, ਠੀਕ ਹੈ, ਜਿੰਦਰੇ, ਜੈ ਮੀਰ, ਨਨਕਾਇਣ ਮਹਾਕਾਵਿ ਉਹਨਾਂ ਦਾ ਕਾਵ ਸੰਗ੍ਰਹਿ ਜਿਹੜਾ ਵੱਡਾ ਵੇਲਾ ਉੱਤੇ ਭਾਰਤੀ ਸਾਹਿਤ ਅਕਾਦਮੀ ਵੱਲੋਂ ਉਹਨਾਂ ਨੂੰ ਇਨਾਮ ਜਿਹੜਾ ਉਹ ਵੀ ਦਿੱਤਾ ਗਿਆ ਹੈ। ਜੈ ਮੀਰ ਦੇ ਉੱਪਰ ਵੀ ਸੋਵੀਅਤ ਨਹਿਰੂ ਇਨਾਮ ਪ੍ਰਾਪਤ ਕੀਤਾ ਹੈ ਉਹਨਾਂ ਨੇ। ਸੋ ਇਸ ਪ੍ਰਕਾਰ ਨਾਲ ਸਮੇਂ ਉਹਨਾਂ ਨੂੰ ਕਾਫੀ ਜਿਹੜੇ ਉਹ ਨਾਮ ਸਨਮਾਨ ਜਿਹੜੇ ਨੇ ਉਹ ਮਿਲਦੇ ਰਹੇ ਨੇ। ਸੋ ਜਿਹੜਾ ਆ ਉਹ ਜੋ ਵੀ ਉਹਨਾਂ ਨੇ ਰਚਿਆ ਹੈ, ਠੀਕ ਹੈ, ਉਹ ਆਧੁਨਿਕਤਾ ਨੂੰ ਧਿਆਨ ਵਿੱਚ ਰੱਖ ਕੇ ਰਚਿਆ ਹੈ। ਠੀਕ ਹੈ, ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਉਹਨਾਂ ਦਾ ਨਾਂ ਜਿਹੜਾ ਗੂੜ੍ਹੇ ਅੱਖਰਾਂ ਵਿੱਚ ਲਿਖਿਆ ਜਾਏਗਾ ਔਰ ਬਹੁਤ ਕੁਝ ਜਿਹੜਾ ਆ ਉਹ ਕਾਵਿਕ ਵਿਸ਼ਿਆਂ ਦੇ ਨਾਲ ਆਧੁਨਿਕ ਵਿਸ਼ਿਆਂ ਨੂੰ ਉਹਨਾਂ ਨੇ ਛੂਹਿਆ ਹੈ। ਸੋ ਅਸੀਂ ਅੱਜ ਜਿਹੜੀ ਮੇਨ ਗੱਲ ਕਰਨੀ ਹੈ ਕਿਉਂਕਿ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਹੋਣੀ ਹੈ ਕਵਿਤਾ ਦੀ, ਰਾਈਟਰ ਬਾਰੇ ਥੋੜ੍ਹਾ ਜਿਹਾ ਜਾਣਨਾ ਜ਼ਰੂਰੀ ਹੈ। ਸੋ ਅੱਜ ਅਸੀਂ ਜਿਹੜਾ ਹੈ ਉਹ ਤਾਜ ਮਹਿਲ ਕਵਿਤਾ ਹੁਣ ਪੜ੍ਹਾਂਗੇ ਕਿ ਇਸ ਕਵਿਤਾ ਵਿੱਚ ਮੋਹਨ ਸਿੰਘ ਕੀ ਵਿਚਾਰ ਪੇਸ਼ ਕਰਦੇ ਨੇ। ਔਰ ਸਭ ਤੋਂ ਪਹਿਲਾਂ ਜੇ ਵੇਖਿਆ ਜਾਵੇ ਤਾਂ ਤਾਜ ਮਹਿਲ ਦੇ ਵਿੱਚ ਇੱਕ ਪਾਸੇ ਜਿਹੜਾ ਆ ਉਹ ਤਾਜ ਮਹਿਲ ਜਿਹੜਾ ਆ ਉਹ ਕੀ ਕਰਦਾ ਹੈ? ਸੁੰਦਰਤਾ, ਅਦਭੁਤ ਸੁੰਦਰਤਾ, ਤਾਜ ਮਹਿਲ ਦੀ ਅਦਭੁਤ ਸੁੰਦਰਤਾ ਨੂੰ ਜਿਹੜਾ ਆ ਬੜੇ ਸੁੰਦਰ ਤਰੀਕੇ ਨਾਲ ਮੋਹਨ ਸਿੰਘ ਨੇ ਉਸਾਰਿਆ ਹੈ, ਬੜਾ ਸੋਹਣਾ ਦਰਸਾਇਆ ਹੈ ਔਰ ਨਾਲ ਦੀ ਨਾਲ ਮਜ਼ਦੂਰਾਂ ਦੀ ਬੇਬਸੀ ਤੇ ਉਹਨਾਂ ਦੀ ਜਿਹੜੀ ਦਰਦਨਾਕ ਹਾਲਤ ਹੈ ਉਹਨੂੰ ਵੀ ਪੇਸ਼ ਕੀਤਾ ਹੈ। ਇਸ ਤਾਜ ਮਹਿਲ ਕਵਿਤਾ ਨੂੰ ਅਸੀਂ ਅਗਰ 2 ਭਾਗਾਂ ਦੇ ਵਿੱਚ ਵੇਖਿਆ ਜਾਵੇ ਤਾਂ ਪਹਿਲੇ ਭਾਗ ਦੇ ਵਿੱਚ ਜਿਹੜਾ ਉਹ ਤਾਜ ਮਹਿਲ ਦੀ ਸੁੰਦਰਤਾ ਦੀ ਗੱਲ ਕੀਤੀ ਹੈ ਮੋਹਨ ਸਿੰਘ ਨੇ ਔਰ ਦੂਜੇ ਭਾਗ ਦੇ ਵਿੱਚ ਜਿਹੜਾ ਉਹ ਮਜ਼ਦੂਰਾਂ ਦਾ ਜਿਹੜਾ ਸ਼ੋਸ਼ਣ ਹੋਇਆ। ਆਪਾਂ ਪਹਿਲੇ ਭਾਗ ਵਿੱਚ ਰੋਮਾਂਟਿਕ, ਠੀਕ ਹੈ, ਰੋਮਾਂਸਵਾਦੀ ਅਸੀਂ ਵੇਖਾਂਗੇ, ਰੋਮਾਂਸਵਾਦ ਵੇਖਾਂਗੇ, ਦੂਜੇ ਭਾਗ ਵਿੱਚ ਪ੍ਰਗਤੀਵਾਦ ਵੇਖਾਂਗੇ। ਸੋ ਪੜ੍ਹਦੇ ਆ ਇਹਨੂੰ ਕੀ ਕਹਿੰਦੇ ਨੇ ਪ੍ਰੋਫੈਸਰ ਮੋਹਨ ਸਿੰਘ। ਕਹਿੰਦੇ ਦੁੱਧ ਚਿੱਟੀਆਂ ਰੰਗਦਾਰ ਮਰਮਰਾ ਦੇ ਗਲ ਘੱਤ ਕੇ ਬਾਹੀਂ, ਠੀਕ ਹੈ, ਸੋਹਲ ਪੱਤੀਆਂ ਚੰਨ ਦੀਆਂ ਰਿਸ਼ਮਾਂ ਸੁੱਤੀਆਂ ਬੇਪਰਵਾਹੀ। ਕਹਿੰਦੇ ਕੀ ਕਹਿੰਦੇ ਨੇ ਮੋਹਨ ਸਿੰਘ? ਕਹਿੰਦੇ ਸੋਹਲ ਪੱਤੀਆਂ ਕਿ ਬੜੀਆਂ ਕੋਮਲ ਜੀਆਂ ਨਾਜ਼ੁਕ ਜੀਆਂ ਪੱਤੀਆਂ ਨੇ ਜਿਹੜੀਆਂ ਕਿਰਨਾਂ ਨੇ, ਚੰਨ ਦੀਆਂ ਕਿਰਨਾਂ ਨੂੰ ਜਿਹੜੀਆਂ ਪਤਲੀਆਂ ਚੰਨ ਦੀਆਂ ਕਿਰਨਾਂ ਨੇ, ਸੋਹਲ ਪਾਣੇ ਬੜੀਆਂ ਨਾਜ਼ੁਕ ਜੀਆਂ ਕਿਰਨਾਂ ਨੇ, ਸੁੱਤੀਆਂ ਨੇ ਕਿਹਦੇ ਨਾਲ ਲਾ ਕੇ?
ਦੁੱਧ ਚਿੱਟੀਆਂ ਰੰਗਦਾਰ ਮਰਮਰਾਂ। ਜਿਹੜੀਆਂ ਤਾਜ ਮਹਿਲ ਦੀਆਂ ਸੰਗਮਰਮਰ ਦੀਆਂ ਜਿਹੜੀਆਂ ਦੀਵਾਰਾਂ ਨੇ, ਠੀਕ ਹੈ, ਰੰਗਦਾਰ ਮਰਮਰਾਂ ਨੇ, ਉਹਨਾਂ ਦੇ ਗਲ ਲੱਗ ਕੇ ਜਿਹੜੀਆਂ ਚੰਨ ਦੀਆਂ ਰਿਸ਼ਮਾਂ ਨੇ ਉਹ ਸੁੱਤੀਆਂ ਪਈਆਂ ਨੇ। ਭਾਵ ਤਾਜ ਮਹਿਲ ਦੇ ਉੱਪਰ ਜਿਹੜਾ ਉਹ ਚੰਦਰਮਾ ਚੜਿਆ ਹੋਇਆ ਤੇ ਉਹਦੀਆਂ ਕਿਰਨਾਂ ਤਾਜ ਮਹਿਲ ਤੇ ਪੈ ਰਹੀਆਂ ਨੇ, ਔਰ ਉਹ ਕਿਰਨਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਲੱਗ ਰਿਹਾ ਹੈ, ਪ੍ਰੋਫੈਸਰ ਮੋਹਨ ਸਿੰਘ ਕਹਿੰਦਾ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਉਹਨਾਂ ਨੇ ਤਾਜ ਮਹਿਲ ਨੂੰ ਗਲਵੱਕੜੀ ਵਿੱਚ ਲੈ ਲਿਆ ਹੋਵੇ। ਜਿਹੜੀਆਂ ਸੰਗਮਰਮਰ ਦੀਆਂ ਦੀਵਾਰਾਂ ਨੇ ਉਹਨੂੰ ਆਪਣੀ ਗਲਵੱਕੜੀ ਦੇ ਨਾਲ ਲੱਗ ਕੇ ਸੁੱਤੀਆਂ ਪਈਆਂ ਹੋਣ। ਮਤਲਬ ਦੇਖੋ ਕਵੀ ਦੀ ਕਲਪਨਾ ਦੇਖੋ, ਔਰ ਇਹਨੂੰ ਅੱਗੇ ਜੇ ਤੁਸੀਂ ਸੁਣਦੇ ਜਾਓਗੇ ਤੇ ਕਵੀ ਦੀ ਜਿਹੜੀ ਰੋਮਾਂਸਵਾਦੀ ਭਾਵ ਉਹਨਾਂ ਨੇ ਕੀ ਕੀਤਾ ਹੈ, ਕਲਪਨਾ ਤੇ ਅਦਭੁਤਤਾ, ਹੈਰਾਨੀਜਨਕ ਜਿਹੜੀਆਂ ਨੇ ਉਹ ਮਿਸਾਲਾਂ ਦਿੱਤੀਆਂ ਨੇ ਤਾਜ ਮਹਿਲ ਦੀਆਂ। ਕੀ ਕਹਿੰਦੇ ਨੇ, ਕਹਿੰਦੇ ਬਿਰਛਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਗੁੜੁੰਦੇ। ਜਿੰਨੇ ਵੀ ਬਿਰਛ ਨੇ, ਬੂਟੇ ਨੇ, ਇਹਨਾਂ ਦੇ ਪਰਛਾਵੇਂ ਜਿਹੜੇ ਨੇ ਨਸ਼ਿਆਂ ਦੇ ਨਾਲ ਗੁੜੁੰਦੇ ਹੋਏ ਨੇ। ਘਾਹ ਦੇ ਸੋਹਲ ਸੀਨਿਆਂ ਉੱਤੇ ਸਵਾਦ ਹੋਏ ਉਂਗੇ। ਹੁਣ ਚੰਦਰਮਾ ਦੀਆਂ ਕਿਰਨਾਂ ਪੈ ਰਹੀਆਂ ਨੇ ਤੇ ਜਿਹੜੇ ਉੱਥੇ ਦਰਖਤ ਲੱਗੇ ਹੋਏ ਨੇ, ਬਿਰਛ ਲੱਗੇ ਹੋਏ ਨੇ, ਬੂਟੇ ਲੱਗੇ ਹੋਏ ਨੇ ਤਾਜ ਮਹਿਲ ਦੇ ਅੰਦਰ, ਮਤਲਬ ਆਸੇ ਪਾਸੇ, ਉਹਨਾਂ ਦਾ ਜਿਹੜਾ ਪਰਛਾਵਾਂ ਉਹ ਕਿੱਥੇ ਪੈ ਰਿਹਾ, ਘਾਹ ਦੇ ਉੱਤੇ ਪੈ ਰਿਹਾ। ਔਰ ਘਾਹ ਦੇ ਉੱਤੇ ਇਸ ਤਰ੍ਹਾਂ ਲੱਗ ਰਿਹਾ ਕਿ ਉਹ ਘਾਹ ਦੇ ਉੱਤੇ ਉਂਘ ਰਿਹਾ ਹੋਵੇ, ਭਾਵ ਸੌਂ ਰਿਹਾ ਹੋਵੇ। ਕਹਿੰਦੇ ਲੱਗ ਟਾਹਣੀਆਂ, ਟਾਹਣਾ ਗਲ ਵੇਲਾਂ ਸੁੱਤੀਆਂ, ਲੱਗ ਵੇਲਾਂ ਗਲ ਕਲੀਆਂ। ਤੇ ਟਾਹਣੀਆਂ ਦੇ ਗਲ ਲਾ ਕੇ ਜਿਹੜਾ ਕੀ ਸੁੱਤੀਆਂ ਪਈਆਂ ਨੇ, ਵੇਲਾਂ ਸੁੱਤੀਆਂ ਨੇ, ਤੇ ਵੇਲਾਂ ਦੇ ਨਾਲ ਕੀ ਸੁੱਤੀਆਂ ਨੇ, ਕਲੀਆਂ। ਤੇ ਕਲੀਆਂ ਦੇ ਗਲ ਲਾ ਕੇ ਕੀ ਗੰਧਾਂ ਭਾਵ ਸੁਗੰਧਾਂ ਸੁੱਤੀਆਂ ਨੇ, ਨੀਂਦ ਵਲੇਵੇ ਵਲੀਆਂ। ਲੱਗ ਕਲੀਆਂ ਗੰਧ ਗੰਧਾਂ ਸੁੱਤੀਆਂ, ਨੀਂਦ ਵਲੇਵੇਂ ਵਲੀਆਂ। ਤੇ ਦੇਖੋ ਕਿੰਨਾ ਸੋਹਣਾ ਆਲਮ ਸਿਰਜ ਰਿਹਾ ਪ੍ਰੋਫੈਸਰ ਮੋਹਨ ਸਿੰਘ ਕਿ ਜਿਹੜਾ ਆ ਉਹ ਚੰਦਰਮਾ ਚੜਿਆ ਹੋਇਆ ਹੈ, ਉਹਦੀਆਂ ਕਿਰਨਾਂ ਚੰਦਰਮਾ ਤੇ ਪੈ ਰਹੀਆਂ ਨੇ। ਉਹ ਤੋਂ ਬਾਅਦ ਰੁੱਖਾਂ ਦੇ ਪਰਛਾਵੇਂ ਜਿਹੜੇ ਨੇ ਉਹ ਘਾਹ ਤੇ ਪੈ ਰਹੇ ਨੇ, ਔਰ ਘਾਹ ਵੀ ਸੁੱਤਾ ਹੋਇਆ ਹੈ, ਠੀਕ ਹੈ। ਉਹ ਜਿਹੜੇ ਨੇ ਪਰਛਾਵੇਂ ਜਿਹੜੇ ਬ੍ਰਿਖਾਂ ਦੇ ਉਹ ਵੀ ਸੁੱਤੇ ਹੋਏ ਨੇ, ਔਰ ਜਿਹੜੀਆਂ ਟਾਹਣੀਆਂ ਦੇ ਗਲ ਵੇਲਾਂ ਲਾ ਕੇ ਸੁੱਤੀਆਂ ਨੇ, ਠੀਕ ਹੈ, ਟਾਹਣੀਆਂ ਦੇ, ਔਰ ਵੇਲਾਂ ਦੇ ਨਾਲ ਕਲੀਆਂ ਜਿਹੜੀਆਂ ਭਾਵ ਵੇਲਾਂ ਦੇ ਨਾਲ ਫੁੱਲ ਨਿਕਲੇ ਹੋਏ ਨੇ ਉਹ ਸੁੱਤੇ ਨੇ, ਕਲੀਆਂ ਦੇ ਨਾਲ ਜਿਹੜੀਆਂ ਸੁਗੰਧ ਭਾਵ ਸੁਗੰਧੀਆਂ ਜਿਹੜੀਆਂ ਉਹ ਸੁੱਤੀਆਂ ਨੇ। ਸਾਰਾ ਆਲਮ ਨੀਂਦ ਦੇ ਵਿੱਚ ਜਿਹੜਾ ਉਹ ਸੁੱਤਾ ਪਿਆ ਹੈ। ਸ਼ਾਂਤ ਸੁੱਤੇ ਜਮਨਾ ਦੇ ਕੰਢੇ ਹਰੇ ਭਰੇ ਅਤੇ ਛਾਵੇਂ। ਤੇ ਕੀ ਹੋ ਰਿਹਾ, ਤਾਜ ਮਹਿਲ ਦੇ ਕਿਨਾਰੇ ਜਮਨਾ ਹੈ, ਔਰ ਜਮਨਾ ਦਾ ਪਾਣੀ ਜਿਹੜਾ ਉਹ ਕਿਹਦੇ ਨਾਲ ਲਾ ਕੇ ਸੁੱਤਾ ਹੈ, ਕੰਢਿਆਂ ਦੇ ਨਾਲ ਲਾ ਕੇ ਸੁੱਤਾ ਹੈ, ਠੀਕ ਹੈ। ਨੀਂਦ ਵਿਗੁੱਤੀ ਜਲ ਧਾਰਾ ਨੂੰ ਬੰਨੀ ਵਿੱਚ ਕਲਾਬ। ਜਿਹੜੇ ਕੰਢੇ ਨੇ ਉਹ ਨੀਂਦ ਵਿੱਚ ਸੁੱਤੀ ਹੋਈ ਜਿਹੜੀ ਜਲ ਧਾਰਾ ਹੈ, ਭਾਵ ਪਾਣੀ ਹੈ ਜਿਹੜਾ ਨੀਂਦ ਵਿੱਚ ਸੁੱਤਾ ਹੋਇਆ, ਉਹਨੂੰ ਆਪਣੇ ਕਲਾਬ ਵਿੱਚ ਬੰਨ ਕੇ ਜਿਹੜਾ ਆ ਉਹ ਸੁੱਤਾ ਹੋਇਆ। ਜਿਹੜੇ ਕੰਢੇ ਹਰੇ ਭਰੇ ਵੀ ਨੇ, ਭਾਵ ਉੱਥੇ ਵੀ ਰੁੱਖ ਲੱਗੇ ਹੋਏ ਨੇ। ਪਾਣੀ ਜਿਹੜਾ ਆ ਉਹ ਸ਼ਾਂਤ ਜਿਹੜਾ ਉਹ ਸੁੱਤਾ ਹੋਇਆ ਹੈ। ਔਰ ਇਹ ਜਿਹੜਾ ਆਲਮ ਹੈ ਉਹ ਪ੍ਰੋਫੈਸਰ ਮੋਹਨ ਸਿੰਘ ਪਹਿਲੇ ਬੰਦ ਵਿੱਚ ਜਿਹੜਾ ਸਿਰਜਦਾ ਹੈ। ਅੱਗੇ ਬੰਦ ਵਿੱਚ ਦੇਖਦੇ ਹਾਂ ਕਿ ਪ੍ਰੋਫੈਸਰ ਮੋਹਨ ਸਿੰਘ ਕੀ ਕਹਿੰਦੇ ਨੇ। ਕਹਿੰਦੇ ਸੁੱਤੇ ਪਾਣੀਆਂ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ। ਜਿਹੜਾ ਪਾਣੀ ਜਮਨਾ ਦਾ ਸੁੱਤਾ ਪਿਆ ਉਹਦੇ ਵਿੱਚ ਤਾਜ ਮਹਿਲ ਦਾ ਜਿਹੜਾ ਸਾਇਆ ਹੈ ਉਹ ਵੀ ਸੁੱਤਾ ਪਿਆ ਹੈ। ਜਾਣੋ ਜਮਨਾ ਹਰਨ ਵਾਸਤੇ ਬੁੱਕਲ ਵਿੱਚ ਲੁਕਾਇਆ। ਤੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਜਮਨਾ ਨੂੰ ਹਰ ਲੇਗੀ, ਭਾਵ ਲੈ ਜਾਏਗੀ ਆਪਣੇ ਨਾਲ, ਠੀਕ ਹੈ, ਔਰ ਉਧਾਰ ਲੈਗੀ, ਉਹਨੂੰ ਬੁੱਕਲ ਵਿੱਚ ਲੁਕਾ ਲਏਗੀ। ਐ ਪਰ ਦੂਰ ਸਾਗਰਾਂ ਮੰਨੀ ਨੱਸਣ ਜਦੋਂ ਲੱਗੀ। ਜੋ ਥੋੜੀ ਜਿਹੀ ਹਵਾ ਆਈ ਤੇ ਜਿਹੜਾ ਜਮਨਾ ਦਾ ਪਾਣੀ ਉਹ ਅੱਗੇ ਜਾਣ ਲੱਗਾ। ਨੀਂਦ ਟੂਣਿਆਂ ਦੇ ਜੰਤਰ ਵਿੱਚ ਟੋਰ ਉਸਦੀ ਵੱਜੀ। ਤੇ ਇਸ ਤਰ੍ਹਾਂ ਲੱਗਾ ਜਿਵੇਂ ਜਿਹੜੀ ਜਮਨਾ ਨੇ ਟੂਣਾ ਕਰਕੇ ਜਿਹੜਾ ਆ ਉਹ ਉਸ ਪਾਣੀ ਨੂੰ ਵਿੱਚ ਜਿਹੜਾ ਤਾਜ ਮਹਿਲ ਹੈ ਉਹ ਉਹਨੂੰ ਹੌਲੀ ਹੌਲੀ ਲੈ ਕੇ ਜਾ ਰਿਹਾ। ਤੇ ਜਦੋਂ ਜਮਨਾ ਦਾ ਪਾਣੀ ਤਾਜ ਮਹਿਲ ਦੇ ਪਰਛਾਵੇਂ ਨੂੰ ਨਾਲ ਜਿਹੜਾ ਆ ਉਹ ਲੈ ਕੇ ਜਾ ਰਿਹਾ, ਤੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਤਾਜ ਮਹਿਲ ਵੀ ਨੀਂਦ ਵਿੱਚ ਚੱਲ ਰਿਹਾ ਹੋਵੇ, ਠੀਕ ਹੈ। ਸੋ ਬੜਾ ਸੋਹਣਾ ਆਲਮ ਜਿਹੜਾ ਉਹ ਸਿਰਜਦਾ ਹੋਇਆ ਕਵੀ ਇੱਥੇ ਨਜ਼ਰ ਆਉਂਦਾ ਹੈ। ਅਗਲੇ ਬੰਦ ਵਿੱਚ ਸਾਨੂੰ ਪ੍ਰੋਫੈਸਰ ਮੋਹਨ ਸਿੰਘ ਕੀ ਕਹਿੰਦੇ ਨੇ। ਕਹਿੰਦੇ ਸੁੱਤੇ ਇਸ ਚੁਗਿਰਦੇ ਅੰਦਰ ਮੈਂ ਕੱਲਾ ਇੱਕ ਜਾਂਗਾ। ਸਾਰਾ ਚੁਗਿਰਦਾ ਜਿਹੜਾ ਉਹ ਸੁੱਤਾ ਪਿਆ ਤੇ ਇਸ ਚੁਗਿਰਦੇ ਵਿੱਚ ਕੌਣ ਜਾਗ ਰਿਹਾ ਹੈ? ਪ੍ਰੋਫੈਸਰ ਮੋਹਨ ਸਿੰਘ ਕਹਿੰਦਾ ਕੱਲਾ ਮੈਂ ਹੀ ਜਾਗ ਰਿਹਾ ਹੈ, ਠੀਕ ਹੈ। ਜਗ ਰਹੀਆਂ ਦੋ ਅੱਖਾਂ ਮੇਰੀਆਂ ਚੁੱਪ ਚੁੱਪ ਵਾਂਗ ਚਿਰਾਗਾਂ। ਤੇ ਮੇਰੀਆਂ ਦੋ ਅੱਖਾਂ ਜਿਹੜੀਆਂ ਨੇ ਚਿਰਾਗਾਂ ਦੀ ਤਰ੍ਹਾਂ ਜਗ ਰਹੀਆਂ ਨੇ। ਗੁੰਮਦ ਦੀਆਂ ਉਬਾਰਾਂ ਉੱਤੇ ਮਸਤਾਈਆਂ ਅਲਸਾਈਆਂ ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ ਸੂਰ ਸਵਾਦ ਤਰਿਹਾਈਆਂ, ਠੀਕ ਹੈ। ਸੁਭਾਵ ਆਨੰਦ ਦੀਆਂ ਭੁੱਖੀਆਂ ਮੇਰੀਆਂ ਜਿਹੜੀਆਂ ਨਜ਼ਰਾਂ ਨੇ ਉਹ ਤਾਜ ਮਹਿਲ ਦੇ ਜਿਹੜੇ ਗੁੰਬਦ ਦੇ ਉੱਤੇ ਜਿਹੜੀਆਂ ਨੇ ਉਹ ਫਿਰ ਰਹੀਆਂ ਨੇ। ਮਸਤੀਆਂ ਭਾਵ ਮੈਨੂੰ ਨਜ਼ਾਰੇ ਜਿਹੜੇ ਨੇ ਉਹ ਆ ਰਹੇ ਨੇ, ਮਸਤ ਮੈਂ ਹੋ ਰਿਹਾ ਇਸ ਸੋਹਣਾ ਆਲਮ ਦੇਖ ਕੇ। ਔਰ ਮੇਰਾ ਜਿਹੜਾ ਅੱਖਾਂ ਦੇ ਵਿੱਚ ਗਿਰਦਾ ਜਿਹੜਾ ਉਹ ਭਾਂਪ ਰਿਹਾ, ਵੇਖ ਰਿਹਾ ਹੈ। ਤੱਕ ਤੱਕ ਕਸਬ ਹੁਨਰ ਮੁਗਲਾਂ ਦਾ। ਕਹਿੰਦੇ ਉਹਨਾਂ ਦਾ ਮਤਲਬ ਜਿਹੜਾ ਕਲਾ ਵੇਖ ਕੇ ਮੁਗਲਾਂ ਦੀ ਹੈਰਤ ਵੱਧਦੀ ਜਾਵੇ, ਕਿ ਮੇਰੀ ਹੈਰਾਨੀ ਵੱਧਦੀ ਜਾਵੇ ਕਿ ਇੰਨੀ ਖੂਬਸੂਰਤੀ ਨਾਲ ਤਾਜ ਮਹਿਲ ਨੂੰ ਸਿਰਜਿਆ, ਇੰਨਾ ਸੋਹਣਾ ਬਣਾਇਆ। ਸ਼ਾਹਜਹਾਨ ਦੇ ਸੋਝ ਸਵਾਦ ਨੂੰ ਲੂ ਨੂੰ ਪਿਆ ਸਲਾਵੇ। ਤੇ ਇਹ ਸਾਰਾ ਕੁਝ ਵੇਖ ਕੇ ਜਿਹੜਾ ਸ਼ਾਹਜਹਾਨ ਦੇ ਮਤਲਬ ਮੇਰਾ ਦਿਲ ਕਰਦਾ ਕਿ ਮੇਰਾ ਅੰਗ ਅੰਗ ਮੇਰਾ ਲੂ ਨੂੰ ਜਿਹੜਾ ਆ ਉਹਦੇ ਇਸ ਜਿਹੜਾ ਸੁੰਦਰ ਉਹਨੇ ਸਿਰਜਿਆ ਹੈ ਤਾਜ ਮਹਿਲ, ਮੇਰਾ ਲੂ ਨੂੰ ਜਿਹੜਾ ਉਹ ਅੱਜ ਸਲਾਹ ਰਿਹਾ, ਉਹਦੀ ਸਲਾਹਨਾ ਕਰ ਰਿਹਾ ਹੈ। ਔਰ ਜਿਹੜਾ ਆ ਉਹ
ਮੁਗਲਾਂ ਦੀ ਜਿਹੜੀ ਹੈ ਉਹ ਇਸ ਕਲਾਕਾਰੀ ਨੂੰ ਵੇਖ ਕੇ ਮੇਰੀ ਹੈਰਤ ਵੱਧ ਰਹੀ ਹੈ। ਪਹਿਲੇ ਇਸ ਪਾਰਟ ਦੇ ਵਿੱਚ ਤਾਜ ਮਹਿਲ ਦੀ ਖੂਬਸੂਰਤੀ ਨੂੰ ਜਿਹੜਾ ਮੋਹਨ ਸਿੰਘ ਬਿਆਨ ਰਿਹਾ ਹੈ। ਅਗਲੇ ਪਾਰਟ ਦੇ ਵਿੱਚ ਜਿਹੜਾ ਆ ਉਹ ਪ੍ਰੋਫੈਸਰ ਮੋਹਨ ਸਿੰਘ ਹੁਣ ਅਗਲੇ ਬੰਦ ਵਿੱਚ ਜਿਹੜਾ ਉਹ ਪ੍ਰਗਤੀਵਾਦ ਨੂੰ ਸਾਹਮਣੇ ਲਿਆਉਣਗੇ ਔਰ ਉਹ ਜਿਹੜਾ ਅਸੀਂ ਅਗਲੀ ਵੀਡੀਓ ਦੇ ਵਿੱਚ ਦੇਖਾਂਗੇ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਉਮੀਦ ਹੈ ਕਿ ਤੁਹਾਨੂੰ ਸਮਝ ਆਈ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।